जिथे जाए बहे मेरा सतगुरु, सो थां सुहावा राम राजे। गुरुद्वारा श्री गुरसर ਸਾਹਿਬ ਪਿੰਡ ਚੌੜਰੋਹੀ। ਇਹ ਉਹ ਪਾਵਨ ਅਸਥਾਨ ਹੈ ਜਿਸ ਨੂੰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਦੱਖਣ ਵੱਲ ਦੀ ਯਾਤਰਾ ਕਰਦੇ ਹੋਏ ਪਿੰਡ ਕਿਉਲ ਤੋਂ ਬਾਅਦ ਆਪਣੇ ਦੂਜੇ ਪੜਾਅ ਲਈ ਚੁਣਿਆ ਅਤੇ ਚਰਨ ਛੋਹ ਦੇ ਕੇ ਭਾਗ ਲਏ। ਉਸੇ ਇਤਿਹਾਸਿਕ ਮਿਲਣ ਦੇ ਵਿਲੱਖਣ ਪਲਾਂ ਦੀ ਮਿੱਠੀ ਯਾਦ ਨੂੰ ਹਿੱਕ ਨਾਲ ਲਾਈ, ਗਲ ਵਿੱਚ ਕੇਸਰੀ ਰੰਗ ਦੀ ਕੰਠੀ ਸਜਾ ਕੇ ਅਸਮਾਨ ਵਿੱਚ ਮਾਣ ਨਾਲ ਸਿਰ ਉੱਚਾ ਕਰਕੇ ਖੜੀ ਹੈ ਇਹ ਦੁੱਧ ਵਰਗੇ ਚਿੱਟੇ ਰੰਗ ਦੀ ਸ਼ਾਨਦਾਰ ਸੰਗਮਰਮਰੀ ਇਮਾਰਤ। ਚੌੜਰੋਹੀ ਤਹਿਸੀਲ ਕਾਲਿਆਂਵਾਲੀ, ਜ਼ਿਲ੍ਹਾ ਸਰਸਾ, ਹਰਿਆਣਾ ਦਾ ਪੰਜਾਬ ਬਾਰਡਰ ਦੇ ਨੇੜਲਾ ਪਿੰਡ ਹੈ ਅਤੇ ਇਸ ਨੂੰ ਰੇਲਵੇ ਸਟੇਸ਼ਨ ਵੱਡਾ ਗੁੱਡਾ ਲੱਗਦਾ ਹੈ ਜੋ ਇੱਥੋਂ 8 ਕਿਲੋਮੀਟਰ ਦੂਰ ਹੈ। ਕਿਸੇ ਸਮੇਂ ਲਾਗਿਓਂ ਵਗਦੀ ਸਰਸਵਤੀ ਨਦੀ ਦਾ ਪ੍ਰਤੱਖਦਰਸ਼ੀ ਰਿਹਾ ਇਹ ਪੁਰਾਤਨ ਪਿੰਡ। ਉਸ ਦੇ ਅਲੋਪ ਹੋਣ ਮਗਰੋਂ ਕੁਝ ਦਹਾਕੇ ਮਾਰੂਥਾਲੀ ਖੇਤਰ ਰਿਹਾ। ਇਸ ਤੋਂ ਬਾਅਦ ਧਰਤੀ ਨੇ ਰੂਪ ਬਦਲਿਆ ਅਤੇ ਚਾਰੇ ਪਾਸੇ ਸੇਮ ਦਾ ਅਜਿਹਾ ਹੜ੍ਹ ਚੜ੍ਹ ਆਇਆ ਜਿਸ ਨਾਲ ਇੱਕ ਵਾਰ ਸਾਰਾ ਪਿੰਡ ਢਹਿ ਢੇਰੀ ਵੀ ਹੋ ਚੁੱਕਿਆ ਹੈ। ਹਾਲਾਂਕਿ ਗੁਰੂ ਘਰ ਦੀ ਉਸ ਸਮੇਂ ਦੀ ਪੁਰਾਣੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਸੀ ਹੋਇਆ। ਔਕੜਾਂ ਅਤੇ ਖੁਸ਼ੀਆਂ ਦੇ ਅਨੇਕਾਂ ਉਤਾਰ ਚੜ੍ਹਾਅ ਵੇਖਣ ਤੋਂ ਬਾਅਦ ਅੱਜ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਕਈ ਕਿੱਲਿਆਂ ਵਿੱਚ ਫੈਲਿਆ ਵੱਡੀ ਆਬਾਦੀ ਵਾਲਾ ਇਹ ਇੱਕ ਖੁਸ਼ਹਾਲ ਪਿੰਡ ਹੈ। ਪਾਵਨ ਸਰੋਵਰ ਸਾਹਿਬ, ਇੱਥੇ ਹਰ ਮੱਸਿਆ ਅਤੇ ਸ਼ਹੀਦੀ ਜੋੜ ਮੇਲਿਆਂ ਦੇ ਮੌਕੇ 'ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਇਸ਼ਨਾਨ ਕਰਕੇ ਨਿਹਾਲ ਹੁੰਦੀਆਂ ਨੇ। ਦੂਰ ਦਿਸਹਦੇ ਤੱਕ ਇਸ ਪਾਵਨ ਇਤਿਹਾਸਕ ਗੁਰੂ ਘਰ ਦੀ ਨਿਸ਼ਾਨੀ ਦੱਸਦੇ ਹੋਏ ਸ਼ਾਨ ਨਾਲ ਝੁੱਲਦੇ ਸ਼੍ਰੀ ਨਿਸ਼ਾਨ ਸਾਹਿਬ। ਗੁਰੂ ਘਰ ਦੇ ਅੰਦਰਲੀ ਵਿਲੱਖਣ ਸੁੰਦਰਤਾ ਅਤੇ ਉਸ ਵਿਚਕਾਰ ਸ਼ੋਭਾਇਮਾਨ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਇੱਥੇ ਆਉਣ ਵਾਲੀਆਂ ਸ਼ਰਧਾਵਾਨ ਰੂਹਾਂ ਨੂੰ ਬੜੀ ਨਿੱਘ ਅਤੇ ਸੰਤੁਸ਼ਟੀ ਪ੍ਰਦਾਨ ਕਰਦੇ ਨੇ। ਦਰਬਾਰ ਸਾਹਿਬ ਅੰਦਰ ਦਸ਼ਮੇਸ਼ ਪਿਤਾ ਜੀ ਦੀ ਅਮੋਲਕ ਨਿਸ਼ਾਨੀ ਵਜੋਂ ਉਹਨਾਂ ਦਾ ਇੱਕ ਤੀਰ ਵੀ ਬੜੇ ਸਤਿਕਾਰ ਸਹਿਤ ਸਜਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਹੋਇਆ ਹੈ, ਜੋ ਕਿ 10 ਮਈ 2017 ਨੂੰ ਸਰੋਵਰ ਦੀ ਖੁਦਾਈ ਸਮੇਂ ਇੱਥੋਂ ਪ੍ਰਾਪਤ ਹੋਇਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜੋ ਤੁਸੀਂ ਇਸ ਤੀਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ, ਇਹ ਤੀਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਗੁਰੂਸਰ ਝੋੜਰੋਹੀ ਵਿਖੇ ਦਰਬਾਰ ਸਾਹਿਬ ਦੇ ਵਿੱਚ ਸ਼ੋਭਾਇਮਾਨ ਹਨ। ਇਹ ਤੀਰ ਸਾਹਿਬ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ 31 ਅਕਤੂਬਰ 1706 ਨੂੰ ਇਸ ਧਰਤੀ ਨੂੰ ਆ ਕੇ ਆਪਣੇ ਚਰਨਾਂ ਦੀ ਛੋਹ ਦੇ ਕੇ ਸੁਭਾਗ ਦਿੰਦੇ ਹਨ। ਉਸ ਸਮੇਂ ਛੱਡੇ ਗਏ ਤੀਰਾਂ ਦੇ ਵਿੱਚੋਂ 10 ਮਈ 2017 ਨੂੰ ਖੁਦਾਈ ਕਰਦੇ ਸਮੇਂ ਇਹ ਤੀਰ ਸਾਹਿਬ ਮਿਲੇ ਸਨ, ਜਿਹੜੇ ਇਸ ਤੀਰ ਸਾਹਿਬ ਦੇ ਮਿਲਣ ਦੀ ਖੁਸ਼ੀ ਵਿੱਚ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਅਖੰਡ ਪਾਠਾਂ ਦੀ ਲੜੀ ਪ੍ਰਾਰੰਭ ਕੀਤੀ ਗਈ ਸੀ, ਜਿਹਦੇ 267 ਸ਼੍ਰੀ ਅਖੰਡ ਪਾਠਾਂ ਦੇ ਭੋਗ 31 ਅਕਤੂਬਰ 2018 ਨੂੰ ਬੜੀ ਧੂਮਧਾਮ ਦੇ ਨਾਲ ਸਤਿਗੁਰਾਂ ਦਾ ਆਗਮਨ ਦਿਵਸ ਵੀ ਮਨਾਇਆ ਗਿਆ ਅਤੇ ਇਸ ਤੀਰ ਦੇ ਮਿਲਣ ਦੀ ਖੁਸ਼ੀ ਦੇ ਵਿੱਚ ਪ੍ਰਾਰੰਭ ਹੋਈ ਲੜੀ ਦੀ ਸਮਾਪਤੀ ਸਮਾਗਮ ਵੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਜੀ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਸਦਕਾ ਗੁਰੂ ਘਰ ਅਤੇ ਲੰਗਰ ਇਹ ਦੋਵੇਂ 9 ਮਾਸ ਦੀ ਤਰ੍ਹਾਂ ਜੁੜੇ ਹੋਏ ਨੇ। ਇੱਥੇ ਵੀ ਅੱਜ ਦੇ ਲੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਮੇਲਿਆਂ ਦੇ ਮੌਕੇ 'ਤੇ ਆਉਣ ਵਾਲੇ ਸੰਗਤ ਦੇ ਭਾਰੀ ਇਕੱਠ ਲਈ ਬਹੁਤ ਵੱਡੇ ਲੰਗਰ ਹਾਲ ਦਾ ਇੰਤਜ਼ਾਮ ਕੀਤਾ ਹੋਇਆ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਇਹ ਜਿਹੜਾ ਜੰਡ ਦਾ ਪੇੜ ਹੈ, ਇਸ ਨੂੰ ਹੁਣ ਅਸੀਂ ਜੰਡ ਸਾਹਿਬ ਕਹਿੰਦੇ ਹਾਂ। ਜੰਡ ਸਾਹਿਬ ਕਹਿਣ ਦਾ ਮਤਲਬ ਇਹ ਹੈ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 31 ਅਕਤੂਬਰ 1706 ਈਸਵੀ ਨੂੰ ਜਦੋਂ ਆਏ ਆ ਨਾ, ਤੇ ਉਦੋਂ ਇੱਥੇ ਮਾਰੂਥਲ ਇਲਾਕਾ ਸੀ ਤੇ ਜੰਡ ਦੇ ਪੇੜ ਵੱਧ ਸੀ ਤੇ ਇਹਨਾਂ ਦੇ ਥੱਲੇ ਆ ਕੇ ਬੈਠੇ ਤੇ ਇਹਨੂੰ ਭਾਗ ਲੱਗ ਗਏ ਤੇ ਅਸੀਂ ਇਹਨੂੰ ਹੁਣ ਜੰਡ ਸਾਹਿਬ ਕਹਿਣ ਲੱਗ ਗਏ। ਜਿੱਥੇ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਮੱਥਾ ਟੇਕਦੀਆਂ ਤੇ ਉੱਥੇ ਫਿਰ ਇਹ ਜੰਡ ਦੇ ਵੀ ਨਤਮਸਤਕ ਹੁੰਦੀਆਂ ਗੀਆਂ, ਇਹਨਾਂ ਦੇ ਵੀ ਆ ਕੇ ਦਰਸ਼ਨ ਕਰਦੀਆਂ। ਤੇ 3 ਜੰਡ ਪਿੱਛੇ ਹੈ ਤੂੰ ਨਾਲ, ਤੁਸੀਂ ਦਰਸ਼ਨ ਕੀਤੇ ਹੋਣੇ ਆ ਜਾਂ ਆਪਾਂ ਚੱਲਾਂਗੇ ਕਰਾਂਗੇ। ਤੇ ਉਹ ਇੱਕ ਤਾਂ ਘੋੜਾ ਬੰਨ੍ਹਣ ਵਾਸਤੇ ਕਿੱਲਾ ਕੱਢਿਆ ਹੋਇਆ ਸੀ ਤੇ ਘੋੜੇ ਨੂੰ ਜਦੋਂ ਆਪਾਂ ਬੰਨ੍ਹਦੇ ਹਾਂ ਪਿੱਛੇ ਪਿਛਾੜੀਆਂ ਵੀ ਲਾਉਣੀਆਂ ਪੈਂਦੀਆਂ ਤੇ 2 ਪਿਛਾੜੀਆਂ ਲਾਈਆਂ ਸੀਗੀਆਂ ਤੇ ਉਹ ਹਰੇ ਭਰੇ ਹੋ ਗਏ ਜਿਹੜੇ ਕਿੱਲੇ ਕੱਢੇ ਸੀ। ਤੇ ਆਪਾਂ ਹੁਣ ਦਰਸ਼ਨ ਕਰਾਂਗੇ ਤੇ ਉਹ ਜੰਡ ਸਾਹਿਬ ਵਧੀਆ ਹਰੇ ਭਰੇ ਆ, ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ। ਇਹ ਇਤਿਹਾਸਕ ਗੁਰਦੁਆਰਾ ਪਿੰਡ ਝੋੜ ਰੋਹੀ ਦਾ ਗੁਰੂ ਸਾਹਿਬ ਗੁਰਦੁਆਰਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜੋ ਅਸੀਂ ਇਸ ਇਤਿਹਾਸਕ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ, ਇਹ ਸਥਾਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ, ਉਹਨਾਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਨੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਜੰਗਾਂ ਯੁੱਧਾਂ ਤੋਂ ਬਾਅਦ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆ ਕੇ ਉਹਨਾਂ ਨੇ ਤਕਰੀਬਨ 9 ਮਹੀਨੇ ਤੋਂ ਜ਼ਿਆਦਾ ਸਮਾਂ ਇੱਥੇ ਗੁਜ਼ਾਰਿਆ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ 9ਵੇਂ ਪਾਤਸ਼ਾਹ ਦੀ ਬਾਣੀ ਸੀ ਉਸ ਨੂੰ ਵੀ ਲਿਖਵਾਇਆ ਤੇ ਚਾਰੇ ਬੀੜਾਂ ਦੇ ਉਤਾਰੇ ਕਰਵਾ ਕੇ ਚਾਰੇ ਤਖਤਾਂ ਦੇ ਭੇਜਣੇ ਕੀਤੇ। ਤੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਦੇਸ਼ ਨੂੰ ਔਰੰਗਜ਼ੇਬ ਨੂੰ ਮਿਲਣ ਵਾਸਤੇ ਜਾਂਦੇ ਨੇ ਤਾਂ ਉੱਥੋਂ 30 ਅਕਤੂਬਰ 1706 ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤੋਂ ਚੱਲਦੇ ਨੇ ਤੇ ਪਹਿਲੀ ਰਾਤ ਕਿਓਲ ਆ ਕੇ ਗੁਜ਼ਾਰਦੇ ਨੇ ਤੇ ਉਸ ਤੋਂ ਅਗਲਾ 31 ਅਕਤੂਬਰ 1706 ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜਗ੍ਹਾ ਦੇ ਉੱਤੇ ਆ ਕੇ ਬਿਰਾਜਦੇ ਨੇ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਆਰਾਮ ਕੀਤਾ ਉਹ ਜੰਡ ਸਾਹਿਬ ਦਰਬਾਰ ਸਾਹਿਬ ਦੇ ਨਾਲ ਹੀ ਬਿਰਾਜਮਾਨ ਹਨ, ਜਿੱਥੇ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਹਨ। ਦੂਰੋਂ ਦੂਰੋਂ ਆ ਕੇ ਦਰਸ਼ਨ ਕਰਦੀਆਂ, ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਵਾਸਤੇ ਅਰਦਾਸਾਂ ਬੇਨਤੀਆਂ ਕਰਦੀਆਂ। ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ, ਰੋਗੀਆਂ ਦੇ ਰੋਗ ਕੱਟੇ ਜਾਂਦੇ ਨੇ, ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਇੱਥੇ 31 ਅਕਤੂਬਰ 1706 ਨੂੰ ਆਏ ਤਾਂ ਉਹਨਾਂ ਨੇ ਜਾਣ ਸਮੇਂ 3 ਤੀਰ ਜੋ ਕਿ ਛੱਡੇ ਸਨ। ਉਹਨਾਂ ਵਿੱਚੋਂ ਇੱਕ ਤੀਰ ਸਾਹਿਬ ਜੋ ਕਿ ਦਰਬਾਰ ਸਾਹਿਬ ਦੇ ਬਾਹਰ ਗੁੰਮਦ ਬਣਿਆ ਹੋਇਆ ਹੈ, ਉੱਥੇ 10 ਮਈ 2017 ਨੂੰ ਖੁਦਾਈ ਕਰਦੇ ਸਮੇਂ ਮਿਲਿਆ ਸੀ, ਜੋ ਕਿ ਦਰਬਾਰ ਸਾਹਿਬ ਦੇ ਵਿੱਚ ਸੁਭਾਏਮਾਨ ਹੈ। ਉਸ ਤੀਰ ਸਾਹਿਬ ਦੇ ਵੀ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਹਨ ਤੇ ਉਸੇ ਤੀਰ ਸਾਹਿਬ ਦੀ ਮਿਲਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਵੱਲੋਂ ਇਕੋਤਰੀ ਪ੍ਰਾਰੰਭ ਕੀਤੀ ਗਈ 14 ਮਈ 2017 ਨੂੰ, ਜਿਹਦੇ ਸ਼੍ਰੀ ਅਖੰਡ ਪਾਠ ਸਾਹਿਬ 267 ਦੀ ਗਿਣਤੀ ਸੀ, ਭੋਗ ਪਾਏ ਗਏ, ਸਮਾਗਮ ਕੀਤੇ ਗਏ। ਸਮਾਪਤੀ ਸਮਾਗਮਾਂ ਤੇ ਭੋਗ ਤੇ ਬਹੁਤ ਭਾਰੀ ਇਕੱਠ ਹੋਇਆ, ਜਿੱਥੇ ਆ ਕੇ ਮਹਾਂਪੁਰਸ਼ਾਂ, ਸੰਤਾਂ, ਮਹਾਤਮਾ, ਰਾਗੀ, ਢਾਡੀ ਨੇ ਆ ਕੇ ਆਪਣੇ ਆਪਣੇ ਵਿਚਾਰਾਂ ਦੇ ਨਾਲ, ਗੁਰਮਤਿ ਵਿਚਾਰਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਇਹ ਅਸਥਾਨ ਹਨ, ਜਿਹੜਾ ਆਪਾਂ ਦੇਖ ਰਹੇ ਹਾਂ ਵੀ ਇਹ ਦਰਬਾਰ ਸਾਹਿਬ ਹੈ, ਇਹ ਦਰਬਾਰ ਸਾਹਿਬ ਦੀ ਜਗ੍ਹਾ ਦੇ ਉੱਤੇ ਪਹਿਲਾਂ ਜੋ ਪ੍ਰਾਚੀਨ ਸਮੇਂ ਤੋਂ ਲੈ ਕੇ ਦਰਬਾਰ ਸਾਹਿਬ ਸੀ ਤੇ ਇਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਸੇਮ ਆ ਗਈ ਸੀ ਤੇ ਸੇਮ ਕਰਕੇ ਜਿਹੜੇ ਪੁਰਾਣਾ ਨਗਰ ਸੀਗਾ ਉਸ ਸਾਰਾ ਢਹਿ ਢੇਰੀ ਹੋ ਗਿਆ ਸੀ ਤੇ 4 ਚੁਫੇਰੇ ਪਾਣੀ ਹੀ ਪਾਣੀ ਸੀ। ਤੇ ਇਸ ਦਰਬਾਰ ਸਾਹਿਬ ਜਿੱਥੇ ਇਹ ਸੁਭਾਏਮਾਨ ਹੈ, ਇਸ ਦੀ ਜੋ ਨੀਂਹ ਸੀ ਉਹ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਮਿੱਠਾ ਸਿੰਘ ਤੇ ਹੋਰ ਸੰਤ ਮਹਾਤਮਾ ਵੀ ਨਾਲ ਸਨ। ਬਾਬਾ ਹੰਸ ਮੁਨੀ ਜੀ ਜਿਹੜੇ ਡੇਰਾ ਬਾਬਾ ਨਾਗਾ ਜੀ ਦੇ ਉਸ ਸਮੇਂ ਮੁਖੀ ਸੀਗੇ, ਉਹ ਵੀ, ਤੇ ਆਗਰਾ ਵਾਲੇ
ਬਾਬਾ ਨਰਿੰਜਨ ਸਿੰਘ ਜੋ ਉਹ ਵੀ ਇਸ ਨਗਰ ਦੇ ਜੰਮਪਲ ਨੇ, ਉਹ ਵੀ ਇਹਨਾਂ ਸੰਤ ਮਹਾਤਮਾ ਨੇ ਇਹਨਾਂ ਬਾਬਾ ਮਿੱਠਾ ਸਿੰਘ ਦੀ ਰਹਿਨੁਮਾਈ ਦੇ ਵਿੱਚ 1997 ਦੇ ਵਿੱਚ ਇਹ ਜੋ ਦਰਬਾਰ ਸਾਹਿਬ ਆਪਾਂ ਦੇਖ ਰਹੇ ਹਾਂ ਇਹਦੀ ਨੀਂਹ ਪੱਥਰ ਰੱਖਿਆ ਗਿਆ, ਜੋ ਕਿ ਸੰਗਤਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਨੇ ਤਨ ਮਨ ਧਨ ਦੀ ਨਾਲ ਸੇਵਾ ਕਰਕੇ ਇਸ ਜੋ ਦਰਬਾਰ ਸਾਹਿਬ ਹੈ ਇਸ ਦੀ ਸੇਵਾ ਕੀਤੀ, ਜੋ ਦਰਸ਼ਨ ਯੋਗ ਹਨ। ਦੂਰੋਂ ਦੂਰੋਂ ਆ ਕੇ ਸੰਗਤਾਂ ਇਹਨਾਂ ਦੇ ਦਰਸ਼ਨ ਕਰਦੀਆਂ ਹਨ। ਹੋਰ ਜੋ ਇਸ ਦੇ ਨਾਲ ਹੀ ਲੰਗਰ ਸਾਹਿਬ ਬਣਿਆ ਹੋਇਆ ਹੈ, ਬਹੁਤ ਵਧੀਆ ਲੰਗਰ ਸਾਹਿਬ ਦਾ ਹਾਲ ਬਣਿਆ ਹੋਇਆ ਹੈ ਅਤੇ 24 ਘੰਟੇ ਗੁਰੂ ਘਰ ਦੇ ਵਿੱਚ ਗੁਰੂ ਦੇ ਅਟੁੱਟ ਲੰਗਰ ਵਰਤਦੇ ਹਨ ਅਤੇ ਆ ਕੇ ਦੂਰੋਂ ਦੂਰੋਂ ਸੰਗਤਾਂ ਲੰਗਰ ਛਕਦੀਆਂ ਹਨ। ਜੇ ਕਿਸੇ ਨੇ ਰਾਤ ਕੱਟਣੀ ਹੋਵੇ, ਰਾਤ ਨੂੰ ਰਹਿਣ ਦਾ ਵੀ ਪ੍ਰਬੰਧ ਇਹਨਾਂ ਜਗ੍ਹਾ ਦੇ ਉੱਤੇ ਹੈ। ਹਰ ਟਾਈਮ ਪਿੰਡ ਦੇ ਜਿਹੜੇ ਨਗਰ ਨਿਵਾਸੀ ਸਾਧ ਸੰਗਤਾਂ ਨੇ ਆ ਕੇ ਇੱਥੇ ਸੇਵਾ ਕਰਦੀਆਂ ਰਹਿੰਦੀਆਂ ਹਨ। ਕਾਰ ਸੇਵਾਵਾਂ ਬਹੁਤ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ ਅਤੇ ਜੋ ਜਿੱਥੇ ਇਹ ਤੀਰ ਸਾਹਿਬ ਮਿਲਿਆ ਸੀ ਉਸ ਜਗ੍ਹਾ ਦੇ ਉੱਤੇ ਤੀਰ ਸਾਹਿਬ ਜਿਹੜੀ ਖੂਹੀ ਦੇ ਵਿੱਚੋਂ ਮਿਲਿਆ ਸੀ ਉਸ ਦੇ ਉੱਤੇ ਬਹੁਤ ਸੁੰਦਰ ਸੋਹਣਾ ਆਲੀਸ਼ਾਨ ਗੁੰਬਦ ਵੀ ਬਣਿਆ ਹੋਇਆ ਹੈ ਅਤੇ ਉਹਦੇ ਨਾਲ ਹੀ ਜੋ ਤੀਰ ਸਾਹਿਬ ਮਿਲਣ ਵਾਲੀ ਜਗ੍ਹਾ ਦੇ ਨਾਲ ਹੀ ਸਰੋਵਰ ਸਾਹਿਬ ਵੀ ਬਣਿਆ ਹੋਇਆ ਹੈ। ਉਸ ਸਰੋਵਰ ਦੇ ਵਿੱਚ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ, ਆ ਕੇ ਇਸ਼ਨਾਨ ਕਰਦੀਆਂ ਨੇ ਅਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀਆਂ, ਰੋਗੀਆਂ ਦੇ ਰੋਗ ਕੱਟੇ ਜਾਂਦੇ ਆ, ਦੁੱਖ ਦੂਰ ਹੁੰਦੇ ਨੇ ਅਤੇ ਆ ਕੇ ਸੰਗਤਾਂ ਇਲਾਕਾ ਨਿਵਾਸੀ ਆ ਕੇ ਹਰ ਟਾਈਮ ਇੱਥੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੀਆਂ ਰਹਿੰਦੀਆਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਜੰਡ ਸਾਹਿਬ ਦੇ ਥੱਲੇ ਆ ਕੇ ਉਹਨਾਂ ਨੇ ਆਰਾਮ ਕਰਿਆ, ਉਹ ਜੰਡ ਸਾਹਿਬ ਜੋ ਸੇਮ ਦੀ ਮਾਰ ਕਾਰਨ ਅਤੇ ਬਿਰਧ ਹੋਣ ਦੇ ਕਾਰਨ ਜੋ ਸੁੱਕ ਗਿਆ ਸੀ, ਉਸੇ ਦੀ ਜੜ ਦੇ ਵਿੱਚੋਂ ਨਵਾਂ ਜੰਡ ਸਾਹਿਬ ਜੋ ਉਗਰੇ, ਉਹ ਜੰਡ ਸਾਹਿਬ ਅੱਜ ਵੀ ਉੱਥੇ ਸੁਭਾਏਮਾਨ ਨੇ। ਆ ਕੇ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ, ਆਪਣੀ ਮਨੋਕਾਮਨਾ ਵਾਸਤੇ ਅਰਦਾਸ ਬੇਨਤੀਆਂ ਕਰਦੀਆਂ ਨੇ। ਉੱਥੇ ਵੀ ਹਰ ਮਨੋਕਾਮਨਾ ਜੋ ਵੀ ਇੱਥੇ ਖਾਲੀ ਹਿਰਦੇ ਦੇ ਨਾਲ, ਸ਼ੁੱਧ ਹਿਰਦੇ ਦੇ ਨਾਲ ਆਪਣਾ ਲੋਭ ਮੋਹ ਹੰਕਾਰ ਤਿਆਗ ਕੇ ਇੱਥੇ ਜਿਹੜਾ ਵੀ ਖਾਲੀ ਝੋਲੀ ਆਉਂਦਾ ਹੈ, ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਇੱਥੋਂ ਕੋਈ ਖਾਲੀ ਮੁੜਿਆ ਹੋਵੇ। ਆਈਆਂ ਹੋਈਆਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ, ਦੁੱਧ ਵਾਲੇ ਨੂੰ ਦੁੱਧ, ਪੁੱਤ ਵਾਲੇ ਨੂੰ ਪੁੱਤ, ਅਤੇ ਰੋਗੀਆਂ ਦੇ ਜਿਹੜੇ ਰੋਗ ਕੱਟੇ ਜਾਂਦੇ ਆ ਅਤੇ ਸੋਗੀਆਂ ਦੇ ਸੋਗ ਕੱਟੇ ਜਾਂਦੇ ਆ। ਹਰ ਮਨੋਕਾਮਨਾ ਸਤਿਗੁਰੂ ਪੂਰੀ ਕਰਦੇ ਨੇ। ਅਤੇ ਜਿਹੜੇ ਜੰਡ ਸਾਹਿਬ ਦੇ ਥੱਲੇ ਸਤਿਗੁਰਾਂ ਨੇ ਦਰਸ਼ਨ ਕੀਤੇ ਸੀ, ਉਹਦੇ ਨਾਲ ਹੀ ਜਿਹੜੇ ਹੋਰ ਜੰਡ ਸਾਹਿਬ ਨੇ ਉਹਨਾਂ ਦੇ ਜਿਹੜੇ ਆਪਾਂ ਦਰਸ਼ਨ ਕਰ ਰਹੇ ਹਾਂ, ਉਹ ਜੰਡ ਦੇ ਕਿੱਲੇ ਗੁਰੂ ਸਾਹਿਬ ਨੇ ਘੋੜਾ ਬੰਨ੍ਹਣ ਵਾਸਤੇ ਗੜਵਾਏ ਸੀ। ਉਹ ਕਿੱਲੇ ਹਰੇ ਹੋ ਕੇ ਅੱਜ ਪੂਰੇ ਦਰਖਤਾਂ ਦੇ ਰੂਪ ਦੇ ਵਿੱਚ ਜੰਡ ਸਾਹਿਬ ਦੇ ਰੂਪ ਦੇ ਵਿੱਚ ਸੁਭਾਏਮਾਨ ਹਨ। ਸਾਧ ਸੰਗਤ ਜੀ, ਜੋ ਸਤਿਗੁਰਾਂ ਦਾ ਆਗਮਨ ਦਿਵਸ ਹੈ 31 ਅਕਤੂਬਰ, ਉਹ ਆਏ ਸਾਲ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਬਾਕੀ ਸ੍ਰੀ ਸਹਿਜ ਪਾਠ ਅਤੇ ਅਖੰਡ ਪਾਠ ਸਾਹਿਬ ਵੀ ਇੱਥੇ ਆ ਕੇ ਨਗਰ ਨਿਵਾਸੀ ਵੀ ਕਰਵਾਉਂਦੇ ਨੇ ਅਤੇ ਇਲਾਕਾ ਨਿਵਾਸੀ ਵੀ ਆ ਕੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਜੋ ਗੁਰੂਆਂ ਦੀ ਬਾਣੀ ਹੈ ਉਹ ਹਰ ਟਾਈਮ ਚੱਲਦੀ ਰਹਿੰਦੀ ਹੈ ਅਤੇ ਗੁਰੂ ਕੇ ਲੰਗਰ ਹੈ ਜਿਹੜੇ ਉਹ ਵੀ ਅਟੁੱਟ ਚੱਲਦੇ ਰਹਿੰਦੇ ਹਨ। ਅਤੇ ਜੋ ਮੱਸਿਆ ਬਹੁਤ ਹੀ ਭਾਰੀ ਇਕੱਠ ਹੁੰਦਾ, ਮੱਸਿਆ ਮਨਾਈ ਜਾਂਦੀ ਹੈ, ਸੰਗਰਾਂਦ ਮਨਾਈ ਜਾਂਦੀ ਹੈ। ਸੰਗਰਾਂਦ 'ਤੇ ਵੀ ਸੰਗਤਾਂ ਆ ਕੇ ਆਪਣੀਆਂ ਹਾਜ਼ਰੀਆਂ ਲਵਾਉਂਦੀਆਂ ਨੇ, ਬਾਹਰੋਂ ਵੀ ਸੰਗਤਾਂ ਬਹੁਤ ਆਉਂਦੀਆਂ ਨੇ। ਅਤੇ ਜੋ ਗੁਰੂਆਂ ਦੇ ਪਰਬ ਨੇ, ਚਾਹੇ ਉਹ ਸ਼ਹੀਦੀ ਦਿਵਸ ਹੋਣ, ਚਾਹੇ ਉਹਨਾਂ ਦੇ ਪ੍ਰਕਾਸ਼ ਉਤਸਵ ਹੋਣ, ਉਹ ਵੀ ਭਗਤਾਂ ਦੇ ਅਤੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਉਤਸਵ ਅਤੇ ਸ਼ਹੀਦੀ ਉਤਸਵ ਅਤੇ ਹੋਰ ਜਿਹੜੇ ਵੀ ਦਿਹਾੜੇ ਨੇ ਉਹ ਸੰਗਤਾਂ ਵੱਲੋਂ ਮਨਾਏ ਜਾਂਦੇ ਹਨ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਇੱਥੇ ਆਏ ਨੇ, ਇੱਥੇ ਕੀ ਜਿੱਥੇ ਵੀ ਗੁਰੂ ਸਾਹਿਬ ਨੇ ਜਾ ਕੇ ਆਪਣੇ ਚਰਨਾਂ ਦੀ ਛੋਹ ਦਿੱਤੀ ਹੈ, ਜਾ ਕੇ ਉਹਨਾਂ ਧਰਤੀਆਂ ਨੂੰ ਭਾਗ ਲਾਏ ਨੇ, ਉੱਥੇ ਕਿਸੇ ਨਾ ਕਿਸੇ ਸਾਧੂ ਸੰਤ ਪੀਰ ਫਕੀਰ ਮਹਾਤਮਾ ਉਹਨਾਂ ਨਾਲ ਜਾ ਕੇ ਮਿਲੇ ਨੇ ਅਤੇ ਉਹਨਾਂ ਦੇ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ ਨੇ। ਅਤੇ ਇੱਥੇ ਵੀ ਜੋ ਬਾਬਾ ਨਾਗਾ ਜੀ ਜਿਨ੍ਹਾਂ ਦਾ ਡੇਰਾ ਬਿਲਕੁਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਨਾਲ ਜੋ ਸਰੋਵਰ ਹੈ, ਸਰੋਵਰ ਦੀ ਨਾਲ ਡੇਰਾ ਬਾਬਾ ਨਾਗਾ ਜੀ ਦਾ ਉਦਾਸ ਆਸ਼ਰਮ ਹੈ। ਉੱਥੇ ਡੇਰਾ ਬਾਬਾ ਨਾਗਾ ਜੀ ਦੇ ਜਿਹੜੇ ਉਸ ਸਮੇਂ ਬਾਬਾ ਨਾਗਾ ਜੀ ਸਨ, ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ
ਆ ਕੇ ਮਿਲੇ, ਉਹਨਾਂ ਨਾਲ ਵਿਚਾਰ ਗੋਸ਼ਟ ਹੋਈ। ਇਹ ਜਿਹੜੇ ਬਜ਼ੁਰਗ ਨੇ ਉਹ ਇਹਨਾਂ ਚੀਜ਼ਾਂ ਨੂੰ ਦੱਸਦੇ ਨੇ ਕਿ ਬਾਬਾ ਨਾਗਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸਨ। ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਇੱਥੇ ਝੋੜਰੋਹੀ ਦੀ ਬੀਆਵਾਨ ਧਰਤੀ ਨੂੰ ਭਾਗ ਲਾਉਂਦੇ ਹੋਏ ਅਤੇ ਸੰਗਤਾਂ ਨੂੰ ਤਾਰਦੇ ਹੋਏ ਹਜੂਰ ਸਾਹਿਬ ਜਾਣ ਵਾਸਤੇ ਜੋ ਰਾਤ 31 ਅਕਤੂਬਰ 1706 ਨੂੰ ਝੰਡਾ ਸਾਹਿਬ ਵਿਖੇ ਕੱਟੀ ਸੀ, ਤਾਂ ਝੰਡਾ ਸਾਹਿਬ ਵਾਸਤੇ ਸੰਗਤਾਂ ਦੇ ਨਾਲ ਰਵਾਨਾ ਹੋ ਗਏ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ ਨੂੰ ਆਪਣੇ ਚਰਨਾਂ ਦੀ ਛੋਹ ਦੇ ਕੇ ਜਿੱਥੇ ਤਾਰਿਆ, ਅਤੇ ਉੱਥੇ ਮਹਾਂਪੁਰਖਾਂ ਨੇ ਵੀ ਇਸ ਧਰਤੀ ਦੇ ਉੱਤੇ ਜਨਮ ਲਿਆ। ਬਾਬਾ ਮਿੱਠਾ ਸਿੰਘ ਜੀ ਜੋ ਬੁੰਗਾ, ਮਸਤੂਆਣਾ, ਤਲਵੰਡੀ ਸਾਬੋ, ਦਮਦਮਾ ਸਾਹਿਬ ਦੇ ਮੁਖੀ ਰਹੇ ਸੀ, ਉਹ ਵੀ ਬਾਬਾ ਮਿੱਠਾ ਸਿੰਘ ਜੀ ਸਨ ਜਿਹੜੇ ਝੋੜਰੋਹੀ ਨਗਰ ਦੇ ਜੰਮਪਲ ਸੀ। ਅਤੇ ਜੋ ਸੰਤ ਬਾਬਾ ਨਰਿੰਜਨ ਸਿੰਘ ਜੀ ਗੁਰੂ ਕਾ ਤਾਲ ਦੁੱਖ ਨਿਵਾਰਨ ਆਗਰਾ, ਉੱਥੋਂ ਦੇ ਲੰਮੀਆਂ ਸੇਵਾਵਾਂ ਨਿਭਾਈਆਂ ਬਾਬਾ ਨਰਿੰਜਨ ਸਿੰਘ ਜੀ ਨੇ, ਉਹ ਵੀ ਇਸੇ ਨਗਰ ਝੋੜਰੋਹੀ ਦੇ ਜੰਮਪਲ ਸੀ। ਅਤੇ ਬਾਬਾ ਨਰਿੰਜਨ ਸਿੰਘ ਦੇ ਪਰਿਵਾਰ ਦੇ ਵਿੱਚੋਂ ਹੀ ਬਾਬਾ ਮੁਕੰਦ ਸਿੰਘ ਖੇੜੀ ਚਹਿਲਾਂ, ਜ਼ਿਲ੍ਹਾ ਸੰਗਰੂਰ, ਪੰਜਾਬ ਦੇ ਵਿੱਚ ਉੱਥੇ ਸੇਵਾਵਾਂ ਨਿਭਾਈਆਂ ਬਾਬਾ ਮੁਕੰਦ ਸਿੰਘ ਨੇ, ਉਹ ਵੀ ਝੋੜਰੋਹੀ ਨਗਰ ਦੇ ਜੰਮਪਲ ਸੀ। ਅਤੇ ਹੁਣ ਬਾਬਾ ਨਰਿੰਜਨ ਸਿੰਘ ਦੇ ਪਰਿਵਾਰ ਦੇ ਵਿੱਚੋਂ ਹੀ ਉਹਨਾਂ ਦੇ ਭਤੀਜੇ ਬਾਬਾ ਕੇਵਲ ਸਿੰਘ ਜੀ ਬਹੁਤ ਹੀ ਸੁਭਾਅ ਦੇ ਚੰਗੇ ਅਤੇ ਗੁਰਬਾਣੀ ਦੇ ਗਿਆਤਾ, ਚੰਗੇ ਕਥਾਵਾਚਕ ਅਤੇ ਕੀਰਤਨੀਏ ਬਾਬਾ ਕੇਵਲ ਸਿੰਘ ਜੀ, ਉਹ ਆਗਰੇ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਅਤੇ ਉਹ ਸਮੇਂ-ਸਮੇਂ 'ਤੇ ਆ ਕੇ ਇੱਥੇ ਦਰਸ਼ਨ ਦੀਦਾਰੇ ਸੰਗਤਾਂ ਦੇ ਅਤੇ ਗੁਰੂ ਘਰ ਦੇ ਵੀ ਕਰਦੇ ਰਹਿੰਦੇ ਨੇ। ਅਤੇ ਜੋ ਬੁੰਗਾ, ਮਸਤੂਆਣਾ ਅਤੇ ਗੁਰੂ ਕਾ ਤਾਲ ਆਗਰਾ ਗੁਰੂ ਘਰ ਹੈ, ਜਾਂ ਖੇੜੀ ਚਹਿਲਾਂ ਵਾਲੇ ਸੰਤ ਨੇ, ਉਹਨਾਂ ਦੇ ਵੀ ਇੱਥੇ ਆ ਕੇ ਮਤਲਬ ਸਹਿਯੋਗ ਉਹ ਦਿੰਦੇ ਰਹਿੰਦੇ ਨੇ। ਅਤੇ ਬਾਬਾ ਜਸਵੰਤ ਸਿੰਘ ਜੋ ਬਾਬਾ ਨਰਿੰਜਨ ਸਿੰਘ ਦੇ ਪਰਿਵਾਰ ਦੇ ਵਿੱਚੋਂ ਹੀ ਨੇ, ਉਹ ਵੀ ਸੰਗਰੂਰ ਸੇਵਾਵਾਂ ਨਿਭਾ ਰਹੇ ਨੇ। ਉਹ ਮਹਾਂਪੁਰਸ਼ ਵੀ ਇਸੇ ਨਗਰ ਦੇ, ਜਿੱਥੇ ਗੁਰੂਆਂ ਨੇ ਇਸ ਨਗਰ ਨੂੰ ਭਾਗ ਲਾਏ ਅਤੇ ਉੱਥੇ ਇਹਨਾਂ ਮਹਾਂਪੁਰਸ਼ਾਂ ਦਾ ਜਨਮ ਹੋਣਾ ਵੀ ਇੱਕ ਬਹੁਤ ਵੱਡੀ ਇਹ ਸਤਿਗੁਰਾਂ ਦੀ ਦੇਣ ਹੈ। ਅਤੇ ਮੇਰੀ ਸੰਗਤਾਂ ਨੂੰ ਅਖੀਰ ਦੇ ਵਿੱਚ ਇਹੀ ਬੇਨਤੀ ਹੈ ਕਿ ਇਹਨਾਂ ਸਥਾਨਾਂ ਦੇ ਉੱਤੇ ਜਿਹੜਾ ਵੀ ਕੋਈ ਆਪਣੀ ਮਨੋਭਾਵਨਾ ਲੈ ਕੇ ਆਉਂਦਾ ਹੈ, ਖਾਲੀ ਮਨ ਦੇ ਨਾਲ ਆਵੇ, ਸ਼ੁੱਧ ਹਿਰਦੇ ਦੇ ਨਾਲ ਜੇ ਕੋਈ ਆਉਂਦਾ ਹੈ, ਕਿਉਂਕਿ ਭਰੇ ਭਾਂਡੇ ਦੇ ਵਿੱਚ ਕੋਈ ਚੀਜ਼ ਨਹੀਂ ਪੈ ਸਕਦੀ। ਆਪਣੇ ਲੋਹ ਮੋਹ ਹਕਾਰ ਨੂੰ ਤਿਆਗ ਕੇ ਜਿਹੜਾ ਵੀ ਇੱਥੇ ਆਇਆ ਝੋਲੀਆਂ ਭਰ ਕੇ ਹੀ ਗਿਆ। ਇਸ ਕਰਕੇ ਆਓ ਇਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਗੁਰਜੰਟ ਸਿੰਘ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਆਪਾਂ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ ਜੀ, ਇਹ ਉਹ ਖੂਹੀ ਹੈ ਜਿੱਥੇ 10 ਮਈ 2017 ਨੂੰ ਖੁਦਾਈ ਕਰਦੇ ਸਮੇਂ ਤੀਰ ਸਾਹਿਬ ਮਿਲੇ ਸੀ। ਇਹ ਉਹ ਤੀਰ ਸਾਹਿਬ ਹੈ ਜਿਹੜੇ ਗੁਰੂ ਸਾਹਿਬ ਜਦੋਂ ਆਏ ਸੀ, ਉਹਨਾਂ ਨੇ ਜਾਣ ਵੇਲੇ ਇੱਥੋਂ 3 ਤੀਰ ਛੱਡੇ ਸੀ, ਉਹਨਾਂ 'ਚੋਂ ਇੱਕ ਤੀਰ ਇੱਥੋਂ ਮਿਲਿਆ ਸੀ। ਜਿਹੜਾ ਉਹ ਤੀਰ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਸੁਭਾਇਮਾਨ ਹੈ, ਜਿੱਥੇ ਆ ਕੇ ਸੰਗਤਾਂ ਦਰਸ਼ਨ ਕਰਦੀਆਂ। ਅਤੇ ਇਹਦੇ ਨਾਲ ਹੀ ਜੋ ਸਰੋਵਰ ਸਾਹਿਬ ਨੇ ਉਹ ਸੁਭਾਇਮਾਨ ਨੇ, ਆ ਕੇ ਸੰਗਤਾਂ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਹੀ ਇਹ ਹੈ ਪ੍ਰਾਚੀਨ ਨਾਗਾ ਬਾਬਾ ਜੀ ਦਾ ਡੇਰਾ, ਜੋ ਕਿ ਬਾਬਾ ਸ਼੍ਰੀ ਚੰਦ ਜੀ ਦੇ ਉਦਾਸੀਨ ਮਤ ਨਾਲ ਸੰਬੰਧਿਤ ਹੈ। ਕਹਿੰਦੇ ਨੇ ਗੁਰੂ ਸਾਹਿਬ ਦੇ ਇੱਥੇ ਆਉਣ 'ਤੇ ਉਸ ਸਮੇਂ ਦੇ ਗੱਦੀ ਨਸ਼ੀਨ ਨਾਗਾ ਬਾਬਾ ਜੀ ਵੀ ਉਹਨਾਂ ਦੇ ਦਰਸ਼ਨਾਂ ਲਈ ਅਤੇ ਵਿਚਾਰ ਗੋਸ਼ਟ ਲਈ ਗਏ ਸਨ। ਇਸ ਅਸਥਾਨ 'ਤੇ ਹੁਣ ਤੱਕ ਗੱਦੀ ਨਸ਼ੀਨ ਰਹੇ ਮਹੰਤਾਂ ਦੀਆਂ ਸਮਾਧੀਆਂ ਇੱਥੇ ਬਣਾਈਆਂ ਹੋਈਆਂ ਹਨ। ਇਹ ਹੈ ਮੁੱਢ ਤੋਂ ਹੀ ਚੱਲਦਾ ਆ ਰਿਹਾ ਨਾਗਾ ਬਾਬਾ ਜੀ ਦਾ ਪਾਵਨ ਧੂਣਾ। ਡੇਰੇ ਵਿੱਚ ਹੀ ਇੱਕ ਪਾਸੇ ਬੜੇ ਸਤਿਕਾਰ ਸਹਿਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਕੀਤਾ ਗਿਆ ਹੈ। ਪਿੰਡ ਅਤੇ ਇਲਾਕਾ ਵਾਸੀ ਇੱਥੇ ਹੋਣ ਵਾਲੇ ਮੇਲਿਆਂ ਵਿੱਚ ਵੀ ਪੂਰੀ ਸ਼ਰਧਾ ਨਾਲ ਸ਼ਾਮਲ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਬਹੁਤ ਹੀ ਪਵਿੱਤਰ ਧਰਤੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਝੋਲ ਵਿਖੇ ਖੜ੍ਹੇ ਹਾਂ। ਇੱਥੇ ਬਾਬਾ ਨਾਗਾ ਜੀ ਉਦਾਸੀਨ ਆਸ਼ਰਮ, ਬਾਬਾ ਦਿਆਲਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ 'ਤੇ ਖੜ੍ਹੇ ਹਾਂ। ਇੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਸੀਗੀ। ਇਹ ਬਾਬਾ ਜੀ ਦਾ ਧੂਣਾ ਸਾਹਿਬ ਬਣਿਆ ਹੋਇਆ ਹੈ। ਅਤੇ ਜਦੋਂ ਗੁਰੂ ਸਾਹਿਬ ਜੰਗਾਂ ਯੁੱਧਾਂ ਖਤਮ ਕਰਕੇ ਦੱਖਣ ਦੇਸ਼ ਨੂੰ ਜਾਂਦੇ ਹੋਏ ਇੱਥੇ ਪਹੁੰਚੇ ਤਾਂ ਬਾਬਾ ਜੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਉਹਨਾਂ ਨਾਲ ਗੋਸ਼ਟ ਵਿਚਾਰ ਕੀਤੀ, ਨਾਲੇ ਉਹਨਾਂ ਨੂੰ ਜਲ ਪਾਨ ਕਰਾਇਆ। ਉਹਨਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਨਿਹਾਲ ਕੀਤਾ। ਅਤੇ ਇਸ ਸਥਾਨ ਦੇ ਵਿੱਚ ਇਸ ਟਾਈਮ 7ਵੀਂ ਗੱਦੀ ਚੱਲ ਰਹੀ ਹੈ ਅਤੇ ਗੁਰੂ ਘਰ ਦਾ ਅਤੇ ਡੇਰੇ ਦਾ ਬਹੁਤ ਹੀ ਆਪਸ ਮੇਲ ਵਰਤਣਾ। ਅਤੇ ਇਸ ਸਮੇਂ ਬਾਬਾ ਵਿਵੇਕਾਨੰਦ ਜੀ ਸੇਵਾ ਨਿਭਾ ਰਹੇ ਹੈ, ਜੱਸੀ ਪੋ ਵਾਲੀ। ਉਹਨਾਂ ਦੇ ਸਿੱਸ਼ ਅਸੀਂ ਸੁਦਾਮਾਨੰਦ ਇਸ ਸਮੇਂ ਇੱਥੇ ਸੇਵਾ ਨਿਭਾ ਰਹੇ ਹਾਂ। ਅਤੇ ਵਾਹਿਗੁਰੂ ਮਿਹਰ ਕਰੇ, ਬਾਬਾ ਜੀ ਮਿਹਰ ਕਰਨ, ਅਸੀਂ ਇਸੇ ਤਰ੍ਹਾਂ ਇਸ ਸਥਾਨ ਦੀ ਸੇਵਾ ਕਰਦੇ ਰਹੀਏ। ਇਸ ਸਥਾਨ ਦੇ ਵਿੱਚ ਕੋਈ ਨਸ਼ਾ ਪੱਤਾ ਕੁਛ ਵੀ ਨਹੀਂ ਹੈ। ਜਦੋਂ ਇੱਥੇ 1987 ਦੇ ਵਿੱਚ ਹੜ੍ਹ ਆ ਗਿਆ ਸੀਗਾ, ਫਲੱਡ, ਉਸ ਟਾਈਮ ਸਾਰਾ ਪਿੰਡ ਪ੍ਰਭਾਵਿਤ ਹੋ ਗਿਆ ਸੀਗਾ। ਡੇਰਾ ਸਾਹਿਬ ਅਤੇ ਗੁਰੂ ਘਰ ਸਾਹਿਬ
ਤੇ ਕੋਈ ਵੀ ਇਮਾਰਤ ਉਦੋਂ ਖੰਡਿਤ ਨਹੀਂ ਹੋਈ ਤੇ ਸੰਗਤ ਨੇ ਮਿਲ ਜੁਲ ਕੇ ਸਾਰੇ ਹੀ ਸੇਵਾ ਕੀਤੀ। ਉਸੇ ਤਰ੍ਹਾਂ ਡੇਰਾ ਦੀ ਸਮਾਧੀ ਇਹ ਪ੍ਰਾਚੀਨ ਆ, ਇਹਨੂੰ 160 ਸਾਲ ਬਣੇ ਨੂੰ ਹੋ ਗਏ। ਗੁਰੂ ਘਰ ਦਾ ਦਰਬਾਰ ਸਾਹਿਬ ਵੀ ਦੁਬਾਰੇ ਪਹਿਲਾਂ ਵਧੀਆ ਸੀਗਾ, ਦੁਬਾਰੇ ਵੱਡਾ ਕਰਕੇ ਬਣਾਇਆ ਹੈ। ਜਿਹੜੇ ਸਥਾਨ 'ਤੇ ਆਪਾਂ ਖੜ੍ਹੇ ਹਾਂ, ਇਹ ਸਥਾਨ ਬਾਬਾ ਦਿਆਲ ਲਾਲ ਜੀ ਦਾ ਹੈ। ਇਹ ਬਾਬਾ ਜੀ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਜੋ ਉਦਾਸੀਨ ਸੰਪਰਦਾ ਚਲਾਈ ਸੀ, ਉਸ ਸੰਪਰਦਾ ਦੇ ਵਿੱਚੋਂ ਹੈ। ਵੱਡਾ ਅਖਾੜਾ ਉਦਾਸੀਨ ਦਾ ਇਹ ਸਥਾਨ ਹੈ। Thank you.